ਖਬਰਾਂ ਵਿਸਥਾਰ ਦੇ ਨਾਲ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਮੁੱਖ ਕੰਪਿਊਟਰ ਦੇ ਵਿੱਚ ਖਰਾਬੀ ਦੇ ਕਾਰਨ ਦੇਰੀ ਹੋਣ ਤੋਂ ਬਾਅਦ ਹਵਾਈ ਅੱਡੇ ਤੇ ਜਾਣ ਤੇ ਪਹਿਲਾਂ ਅਮਰੀਕਾ ਜਾਣ ਵਾਲੇ ਯਾਤਰੀਆਂ ਨੂੰ ਆਪਣੀਆਂ ਉਡਾਨਾਂ ਲਈ ਜਾਂਚ ਕਰਨ ਲਈ ਖਾਸ ਤੌਰ ਤੇ ਕਿਹਾ ਜਾ ਰਿਹਾ ਹੈ। ਵੈਸਟਜੈਟ ਨੇ ਕਿਹਾ ਕਿ ਕੰਪਿਊਟਰ ਆਊਟੇਜ ਕਾਰਨ ਬੁੱਧਵਾਰ ਸਵੇਰੇ 6 ਵਜੇ ਉਡਾਨਾਂ ਦੇ ਵਿੱਚ ਦੇਰੀ ਹੋਈ ਤੇ ਕਈ ਅਜਿਹੀਆਂ ਸਨ ਜਿਹੜੀਆਂ ਰੱਦ ਕੀਤੀਆਂ ਗਈਆਂ, ਪਰ ਕੁਝ ਉਡਾਨ ਹੀ ਨਹੀਂ ਭਰ ਪਾਈਆਂ, ਜਦੋਂ ਕਿ ਏਅਰ ਕੈਨੇਡਾ ਨੇ ਕਿਹਾ ਹੈ ਕਿ ਖਰਾਬੀ ਦਾ ਉਸ ਦੇ ਟਰਾਂਸ ਬਾਰਡਰ ਆਪਰੇਸ਼ਨਾਂ ਦੇ ਉੱਤੇ ਜ਼ਿਆਦਾ ਅਸਰ ਪਵੇਗਾ, ਪਰ ਦੇਰੀ ਦੀ ਹੱਦ ਦਾ ਪਤਾ ਲਗਾਉਣਾ ਸੰਭਵ ਨਹੀਂ ਹੈ। FAA ਨੇ ਕੰਪਿਊਟਰ ਸਿਸਟਮ ਦੇ ਵਿੱਚ ਖਰਾਬੀ ਤੋਂ ਬਾਅਦ ਉਡਾਨਾਂ ਨੂੰ ਟੇਕ ਆਫ ਕੀਤਾ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਬੁੱਧਵਾਰ ਸਵੇਰੇ ਕੰਪਿਊਟਰ ਖਰਾਬੀ ਤੋਂ ਬਾਅਦ ਅਮਰੀਕਾ ਭਰ ਦੀਆਂ ਉਡਾਨਾਂ ਤੇ ਜ਼ਮੀਨੀ ਰੋਕ ਹਟਾ ਦਿੱਤੀ, ਜਿਸ ਦੇ ਨਤੀਜੇ ਵਜੋਂ ਦੇਸ਼ ਭਰ ਦੇ ਹਵਾਈ ਅੱਡਿਆਂ ਤੇ ਸਿਸਟਮ ਰਾਹੀਂ ਹਜ਼ਾਰਾਂ ਉਡਾਨਾਂ ਦੀ ਦੇਰੀ ਤੇ ਸੈਂਕੜੇ ਰੱਦ ਹੋਣੇ ਸ਼ੁਰੂ ਹੋ ਗਏ। FAA ਨੇ ਸਾਰੀਆਂ ਰਵਾਨਾ ਹੋਣ ਵਾਲੀਆਂ ਉਡਾਨਾਂ ਨੂੰ ਬੁੱਧਵਾਰ ਸਵੇਰੇ ਗਰਾਊਂਡ ਤੇ ਹੀ ਰੱਖਣ ਦਾ ਸੰਦੇਸ਼ ਦਿੱਤਾ, ਪਰ ਕਈ ਘੰਟਿਆਂ ਬਾਅਦ ਫਿਰ ਤੋਂ ਇਸ ਆਰਡਰ ਨੂੰ ਵਾਪਸ ਲੈ ਲਿਆ। ਜਾਣਕਾਰੀ ਮੁਤਾਬਕ 3700 ਤੋਂ ਵੱਧ ਉਡਾਨਾਂ ਵਿੱਚ ਦੇਰੀ ਹੋਈ ਅਤੇ 640 ਤੋਂ ਵੱਧ ਰੱਦ ਕਰ ਦਿੱਤੀਆਂ ਗਈਆਂ। ਹਵਾਬਾਜ਼ੀ ਡੇਟਾ ਫਰਮ ਸੀਰੀਅਮ ਦੇ ਅਨੁਸਾਰ ਅੱਜ ਅਮਰੀਕਾ ਦੇ ਵਿੱਚ 21000 ਤੋਂ ਵੱਧ ਉਡਾਨਾਂ ਨੂੰ ਫਲਾਈ ਕਰਨਾ ਤੈਅ ਕੀਤਾ ਗਿਆ ਸੀ। ਜ਼ਿਆਦਾਤਰ ਘਰੇਲੂ ਯਾਤਰਾਵਾਂ ਤੇ ਲਗਭਗ 1840 ਕੌਮਾਂਤਰੀ ਉਡਾਨਾਂ ਅਮਰੀਕਾ ਲਈ ਉਡਾਨ ਭਰਨ ਦੀ ਉਮੀਦ ਕਰਦੀਆਂ ਨੇ। ਦੇਰੀ ਦੇ ਪੂਰਬੀ ਤੱਟ ਦੇ ਵੱਲ ਕੇਂਦਰਿਤ ਸੀ, ਪਰ ਉਹ ਪੱਛਮੀ ਤੱਟ ਤੱਕ ਤੇਜ਼ੀ ਨਾਲ ਫੈਲ ਰਹੀਆਂ ਨੇ। ਕੁਝ ਮੈਡੀਕਲ ਉਡਾਨਾਂ ਨੂੰ ਮਿਲ ਸਕਦੀ ਹੈ ਹਰੀ ਝੰਡੀ ਤੇ ਇਸ ਖਰਾਬੀ ਨੇ ਕਿਸੇ ਵੀ ਫੌਜੀ ਕਾਰਵਾਈਆਂ ਜਾਂ ਮੋਬਿਲਿਟੀ ਨੂੰ ਪ੍ਰਭਾਵਿਤ ਨਹੀਂ ਕੀਤਾ। ਮਾਮਲਾ ਇੰਨਾ ਗੰਭੀਰ ਸੀ ਕਿ ਇਸ ਤੋਂ ਬਾਅਦ ਵਾਈਟ ਹਾਊਸ ਨੂੰ ਐਮਰਜੈਂਸੀ ਮੀਟਿੰਗ ਵੀ ਬੁਲਾਉਣੀ ਪਈ। ਰਾਸ਼ਟਰਪਤੀ ਜੋ ਬਾਈਡਨ ਨੇ ਟਰਾਂਸਪੋਰਟ ਸੈਕਟਰੀ ਤੋਂ ਰਿਪੋਰਟ ਤਲਬ ਕੀਤੀ। ਜਾਣਕਾਰੀ ਮੁਤਾਬਕ ਟਰਾਂਸਪੋਰਟ ਸੈਕਟਰੀ ਰਾਸ਼ਟਰਪਤੀ ਬਾਈਡਨ ਨਾਲ ਮਿਲੇ। ਉਹਨਾਂ ਨੇ ਇਸ ਪਰੇਸ਼ਾਨੀ ਬਾਰੇ ਜਾਣਕਾਰੀ ਰਾਸ਼ਟਰਪਤੀ ਨੂੰ ਦਿੱਤੀ। ਹੁਣ ਤੱਕ ਦੀ ਜਾਂਚ ਦੇ ਆਧਾਰ ਤੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਕੋਈ ਸਾਈਬਰ ਅਟੈਕ ਨਹੀਂ ਹੈ, ਪਰ ਫਿਰ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। NBC ਦੇ ਐਵੀਏਸ਼ਨ ਮਾਹਿਰ ਕੈਪਟਨ ਜੌਨ ਕਾਕਸ ਨੇ ਕਿਹਾ ਹੈ ਕਿ ਇਸ ਮਾਮਲੇ ਦੇ ਕਈ ਕੜਵੇ ਸੱਚ ਉਜਾਗਰ ਕਰ ਦਿੱਤੇ ਗਏ ਨੇ। ਉਹਨਾਂ ਕਿਹਾ ਕਿ ਜੇ ਮੰਨ ਲਵੋ ਕਿ ਕੋਈ ਏਅਰਕ੍ਰਾਫਟ ਨਿਊਯਾਰਕ ਵਿੱਚ ਫਸਿਆ ਹੈ ਤੇ ਉਸਨੇ 4 ਘੰਟੇ ਬਾਅਦ ਲਾਸ ਐਂਜਲਸ ਪਹੁੰਚਣਾ ਹੈ ਤਾਂ ਇਸ ਦੇ ਵਿੱਚ ਕਈ ਘੰਟੇ ਦੀ ਦੇਰੀ ਹੋਏਗੀ। ਜ਼ਾਹਰ ਹੈ ਕਿ ਇਸ ਨਾਲ ਪੂਰਾ ਫਲਾਈਟ ਸ਼ੈਡਿਊਲ ਗੜਬੜ ਹੋਏਗਾ। ਹੁਣ ਸਾਨੂੰ ਪੂਰੇ ਸਿਸਟਮ ਦਾ ਐਨਾਲਿਸਿਸ ਕਰਨਾ ਹੋਵੇਗਾ। FAA ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਕੰਪਿਊਟਰ ਸਿਸਟਮ ਵਿੱਚ ਆਏ ਟੈਕਨੀਕਲ ਖਰਾਬੀ ਦੀ ਵੀ ਵਜ੍ਹਾ ਨਾਲ ਹੋਇਆ ਹੈ। ਕੈਨੇਡਾ ਦੇ ਵਿੱਚ ਜਦੋਂ ਕਿ ਵੈਨਕੂਵਰ ਇੰਟਰਨੈਸ਼ਨਲ ਤੋਂ ਬਾਹਰ ਆਉਣ ਵਾਲੇ ਯਾਤਰੀ ਆਊਟੇਜ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਨਹੀਂ ਹੋਏ। ਟੋਰਾਂਟੋ ਤੇ ਮੌਂਟਰੀਅਲ ਦੇ ਹਵਾਈ ਅੱਡਿਆਂ ਵਿੱਚ ਵਧੇਰੇ ਰੁਕਾਵਟਾਂ ਆਈਆਂ। YVR ਨੇ ਬੁੱਧਵਾਰ ਸਵੇਰੇ ਟਵੀਟ ਦੇ ਵਿੱਚ ਕਿਹਾ ਹੈ ਕਿ ਹਵਾਈ ਅੱਡੇ ਤੇ ਆਪਰੇਸ਼ਨ ਆਮ ਦੀ ਤਰ੍ਹਾਂ ਨੇ ਤੇ ਉਹ ਸਥਿਤੀ ਤੇ ਨਿਗਰਾਨੀ ਕਰ ਰਹੇ ਨੇ, ਜਦੋਂ ਕਿ ਉਹਨਾਂ ਲੋੜ ਪੈਣ ਤੇ ਅਪਡੇਟ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਸੀ। ਹਵਾਈ ਅੱਡੇ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਕਿ ਉਹ ਵਧੇਰੇ ਜਾਣਕਾਰੀ ਲਈ ਆਪਣੀ ਏਅਰਲਾਈਨ ਨਾਲ ਸਿੱਧੀ ਫਲਾਈਟ ਦੀ ਜਾਣਕਾਰੀ ਚੈੱਕ ਕਰਨ। ਉਧਰ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਤੇ ਮੌਂਟਰੀਅਲ ਦੇ ਹਵਾਈ ਅੱਡੇ ਤੇ ਅਮਰੀਕਾ ਜਾਣ ਵਾਲੇ ਯਾਤਰੀਆਂ ਨੂੰ ਵੀ ਹਵਾਈ ਅੱਡੇ ਤੇ ਪਹੁੰਚਣ ਤੋਂ ਪਹਿਲਾਂ ਆਪਣੀ ਫਲਾਈਟ ਦੀ ਸਥਿਤੀ ਦੀ ਜਾਂਚ ਕਰਨ ਲਈ ਕਿਹਾ ਗਿਆ। ਏਅਰ ਕੈਨੇਡਾ ਨੇ ਕਿਹਾ ਕਿ ਆਊਟੇਜ ਸਰਹੱਦ ਦੇ ਪਾਰ ਆਪਰੇਸ਼ਨ ਨੂੰ ਪ੍ਰਭਾਵਿਤ ਕਰੇਗਾ ਤੇ ਗਾਹਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਹਵਾਈ ਅੱਡੇ ਤੇ ਜਾਣ ਤੋਂ ਪਹਿਲਾਂ ਆਪਣੀਆਂ ਉਡਾਨਾਂ ਦੀ ਜਾਂਚ ਕਰਨ। ਇਸ ਦੌਰਾਨ FAA ਨੇ ਕਿਹਾ ਹੈ ਕਿ ਉਹ ਏਅਰ ਮਿਸ਼ਨ ਸਿਸਟਮ ਨੂੰ ਆਪਣੇ ਨੋਟਿਸ ਨੂੰ ਬਹਾਲ ਕਰਨ ਤੇ ਕੰਮ ਕਰ ਰਿਹਾ ਹੈ। ਏਜੰਸੀ ਨੇ ਕਿਹਾ ਕਿ ਕੁਝ ਫੰਕਸ਼ਨ ਲਈ ਵਾਪਸ ਆਉਣ ਲੱਗੇ ਨੇ, ਪਰ ਨੈਸ਼ਨਲ ਏਅਰ ਸਪੇਸ ਸਿਸਟਮ ਆਪਰੇਸ਼ਨ ਸੀਮਿਤ ਰਹਿੰਦੇ ਨੇ। ਫਿਲਹਾਲ FAA ਇਸ ਨੂੰ ਬਹਾਲ ਕਰਨ ਲਈ ਕੰਮ ਕਰ ਰਿਹਾ ਹੈ, ਜਿਸ ਨੂੰ ਨੋਟਿਸ ਟੂ ਏਅਰ ਮਿਸ਼ਨ ਸਿਸਟਮ ਵਜੋਂ ਜਾਣਿਆ ਜਾਂਦਾ ਹੈ। ਫਲਾਈਟ ਸ਼ੁਰੂ ਕਰਨ ਤੋਂ ਪਹਿਲਾਂ ਪਾਇਲਟਾਂ ਨੂੰ ਨੋਟੈਮਸ ਜਾਂ ਹਵਾਈ ਮਿਸ਼ਨਾਂ ਲਈ ਨੋਟਿਸਾਂ ਦੇ ਨਾਲ ਸਲਾਹ ਮਸ਼ਵਰਾ ਕਰਨ ਦੀ ਲੋੜ ਹੁੰਦੀ ਹੈ, ਜੋ ਰਨਵੇ ਤੇ ਨਿਰਮਾਣ ਤੋਂ ਲੈ ਕੇ ਆਈਸਿੰਗ ਦੀ ਸੰਭਾਵਨਾ ਤੱਕ ਉਡਾਨਾਂ ਤੇ ਸੰਭਾਵੀ ਮਾੜੇ ਪ੍ਰਭਾਵੀ ਦੀ ਸੂਚੀ ਦਿੰਦੇ ਨੇ। ਸਿਸਟਮ ਪਹਿਲਾਂ ਟੈਲੀਫੋਨ ਆਧਾਰਿਤ ਹੁੰਦਾ ਸੀ। ਪਾਇਲਟ ਜਾਣਕਾਰੀ ਲਈ ਸਮਰਪਿਤ ਫਲਾਈਟ ਸਰਵਿਸ ਸਟੇਸ਼ਨਾਂ ਨੂੰ ਕਾਲ ਕਰਦੇ ਸਨ, ਪਰ ਹੁਣ ਇਹ ਆਨਲਾਈਨ ਹੋ ਗਿਆ ਹੈ। ਏਅਰ ਕੈਨੇਡਾ ਤੇ ਵੈਸਟਜੈਟ ਯਾਤਰੀਆਂ ਨੂੰ US ਜਾਣ ਤੋਂ ਪਹਿਲਾਂ ਆਪਣੀਆਂ ਉਡਾਨਾਂ ਸੰਬੰਧੀ ਪੂਰੀ ਜਾਣਕਾਰੀ ਲਈ ਉਤਸ਼ਾਹਿਤ ਕਰ ਰਿਹਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਅਗਰ ਦੱਸਦੇ ਕਿ 131 ਸਟਰੀਟ ਅਤੇ 104 ਐਵੇਨਿਊ ਸਰੀ ਵਿਖੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇੱਕ 44 ਸਾਲਾ ਵਿਅਕਤੀ ਜ਼ਖਮੀ ਹੋਇਆ ਹੈ। ਪੁਲਿਸ ਵੱਲੋਂ ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਜੇ ਤੱਕ ਜਾਣਕਾਰੀ ਨਹੀਂ ਮਿਲੀ ਕਿ ਜੋ ਵਿਅਕਤੀ ਜ਼ਖਮੀ ਹੋਇਆ ਉਹ ਕੌਣ ਹੈ। ਮੌਕੇ ਤੇ ਚੈਨਲ ਪੰਜਾਬੀ ਦੀ ਟੀਮ ਪਹੁੰਚੀ, ਜਿਨ੍ਹਾਂ ਨੇ ਜਾਇਜ਼ਾ ਲਿਆ। ਸਰੀ ਦੇ ਵਿੱਚ ਸ਼ੂਟਿੰਗ ਦੀਆਂ ਘਟਨਾਵਾਂ ਜਿਹੜੀਆਂ ਨੇ, ਗਨ ਸ਼ਾਟ ਵਾਇਲੈਂਸ ਜਿਹੜੀ ਉਹ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੀ ਹੈ। ਇਸ ਮੁੱਦੇ ਨੂੰ ਲੈ ਕੇ ਵੱਖ-ਵੱਖ ਕਿਸਮ ਦੀਆਂ ਡਿਬੇਟਸ ਵੀ ਜਿਹੜੀਆਂ ਚੱਲਦੀਆਂ ਰਹਿੰਦੀਆਂ ਨੇ ਤੇ ਲੋਕ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਵੀ ਦਿਖਾਈ ਦਿੰਦੇ ਨੇ। ਸੋ ਅੱਜ ਅਸੀਂ ਖੜੇ ਹਾਂ 132 ਸਟਰੀਟ 104 ਐਵੇਨਿਊ ਦੇ ਉੱਪਰ, ਜੋ ਇਹ ਪਲਾਜ਼ਾ ਤੁਸੀਂ ਪਿੱਛੇ ਦੇਖ ਰਹੇ ਹੋ। ਸੋ ਇੱਥੇ ਵੀ ਅੱਜ ਸਵੇਰੇ
2:30 ਵਜੇ ਦੇ ਕਰੀਬ ਇੱਕ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਦੇ ਵਿੱਚ 44 ਸਾਲ ਦੇ ਇੱਕ ਵਿਅਕਤੀ ਦੇ ਗੰਭੀਰ ਰੂਪ ਦੇ ਵਿੱਚ ਫੱਟੜ ਹੋਣ ਦੀ ਹਸਪਤਾਲ ਹੋਣ ਦੀ ਖਬਰ ਜਿਹੜੀ ਉਹ ਸਾਹਮਣੇ ਆਈ ਹੈ। ਸੋ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਇੱਥੇ ਕੀਤੀ ਜਾ ਰਹੀ ਹੈ। ਜੋ ਇਹ ਪਲਾਜ਼ਾ ਗਾ ਇੱਥੇ ਜਿਹੜੇ ਗੋਲੀ ਲੱਗਣ ਦੇ ਨਾਲ ਇੱਕ ਸ਼ੀਸ਼ਾ ਵੀ ਬ੍ਰੇਕ ਹੋਇਆਗਾ। ਸੋ ਪੂਰੇ ਇਸ ਪਲਾਜ਼ਾ ਦੇ ਵਿੱਚ ਸਟੋਰ ਦੇ ਵਿੱਚ ਪੁਲਿਸ ਵੱਲੋਂ ਜਿਹੜੇ ਐਵੀਡੈਂਸ ਨੇ ਉਹ ਕਲੈਕਟ ਕੀਤੇ ਜਾ ਰਹੇ ਨੇ। ਇਨਵੈਸਟੀਗੇਸ਼ਨ ਜਿਹੜੀ ਉਹ ਜਾਰੀ ਹੈ। ਪੁਲਿਸ ਵੱਲੋਂ ਫੌਰੀ ਤੌਰ ਦੇ ਉੱਪਰ ਇਹੀ ਜਿਹੜਾ ਹੈ ਆਖਿਆ ਗਿਆ ਹੈ ਕਿ ਇਹ ਵਿਅਕਤੀ ਜਿਹੜੇ ਸੀ ਉਹ ਇੱਕ ਦੂਜੇ ਨੂੰ ਜਾਣਦੇ ਸੀ। ਇਹਨਾਂ ਦੇ ਵਿੱਚ ਕਹਾ ਸੁਣੀ ਜਿਹੜੀ ਹੈ ਉਹ ਕਿਸੇ ਗੱਲ ਨੂੰ ਹੋਈ ਹੈ ਤੇ ਉਹਦੇ ਬਾਅਦ ਹੀ ਇਹ ਘਟਨਾ ਨੂੰ ਅੰਜਾਮ ਜਿਹੜਾ ਹੈ ਉਹ ਦਿੱਤਾ ਗਿਆ ਹੈ। ਕਿਉਂਕਿ ਜੇਕਰ ਅਸੀਂ ਸਰੀ ਦੀ ਗੱਲਬਾਤ ਕਰਦੇ ਹਾਂ ਤਾਂ 2022 ਦੇ ਵਿੱਚ 62 ਜਿਹੜੀਆਂ ਸੀ ਉਹ ਗੋਲੀ ਚੱਲਣ ਦੀਆਂ ਘਟਨਾਵਾਂ ਤੇ ਰਿਸਪੌਂਡ ਸਰੀ RCMP ਵੱਲੋਂ ਕੀਤਾ ਗਿਆ ਸੀ। 62 ਘਟਨਾਵਾਂ 2022 ਦੇ ਵਿੱਚ ਸਾਹਮਣੇ ਆਈਆਂ ਸੀ। ਜੇ 2023 ਦੀ ਗੱਲਬਾਤ ਕਰੀਏ ਤਾਂ ਸਾਲ ਹਲੇ ਚੜ੍ਹਿਆਗਾ ਤੇ ਇਹ ਦੂਜਾ ਸ਼ੂਟਿੰਗ ਦਾ ਇਨਸੀਡੈਂਟ ਆ, ਦੂਜਾ ਗੋਲੀ ਚੱਲਣ ਦਾ ਮਾਮਲਾ। ਪਹਿਲਾ ਮਾਮਲਾ 4 ਜਨਵਰੀ ਨੂੰ ਸਾਹਮਣੇ ਆਇਆ ਸੀ, ਜਿੱਥੇ ਕਿ 4 ਸ਼ਾਟ ਜਿਹੜੇ ਸੀ ਉਹ ਫਾਇਰ ਕੀਤੇ ਗਏ ਸੀ, ਪਰ ਉੱਥੇ ਕਿਸੇ ਦੇ ਜ਼ਖਮੀ ਹੋਣ ਦੀ ਜਾਂ ਕਿਸੇ ਦੇ ਮਰਨ ਦੀ ਖਬਰ ਜਿਹੜੀ ਉਹ ਸਾਹਮਣੇ ਨਹੀਂ ਆਈ ਸੀ। ਪਰ ਇਹ ਹੁਣ 132 104 ਐਵਨਿਊ ਦੇ ਉੱਪਰ ਇਹ ਜੋ ਪਲਾਜ਼ਾ ਹੈਗਾ ਇੱਥੇ ਗੋਲੀ ਚੱਲਣ ਦੀ ਘਟਨਾ ਸਵੇਰੇ ਸਾਹਮਣੇ ਆਈ ਹੈ, ਜਿਹਦੇ ਬਾਅਦ ਇੱਕ ਵਿਅਕਤੀ ਜ਼ਖਮੀ ਹੋਇਆ ਤੇ ਹਸਪੀਟਲ ਦੇ ਵਿੱਚ ਦਾਖਲ ਹੈ। ਸੋ ਦੋਸਤੋ, ਜਦੋਂ ਅਸੀਂ ਸਰੀ ਦੀ ਗੱਲਬਾਤ ਕਰਦੇ ਹਾਂ ਤਾਂ ਸਰੀ ਦੇ ਵਿੱਚ ਪੁਲਿਸਿੰਗ ਦਾ ਮਸਲਾ ਜਿਹੜਾ ਹੈ ਉਹ ਸਿਆਸੀ ਚਰਚਾ ਦਾ ਮੁੱਦਾ ਹਮੇਸ਼ਾ ਬਣਿਆ ਰਹਿੰਦਾ ਹੈ। ਕੁਝ ਲੋਕ ਕਹਿੰਦੇ ਨੇ ਕਿ ਸਾਨੂੰ ਲੋਕਲ ਪੁਲਿਸ ਚਾਹੀਦੀ ਹੈ ਲਾਅ ਐਂਡ ਆਰਡਰ ਸਹੀ ਕਰਨ ਦੇ ਲਈ, ਕੁਝ ਕਹਿੰਦੇ ਕਿ RCMP ਹੀ ਬੈਟਰ ਕੰਮਕਾਜ ਇੱਥੇ ਕਰ ਸਕਦੀ ਹੈ। ਪਰ 62 ਘਟਨਾਵਾਂ ਦੇ ਉੱਪਰ 2022 ਦੇ ਵਿੱਚ ਰਿਸਪੌਂਡ ਕਰਨਾ ਤੇ ਹੁਣ 2023 ਦੇ ਵਿੱਚ ਜਨਵਰੀ ਦੇ ਦੂਜੇ ਹਫਤੇ ਦੇ ਵਿੱਚ ਦੂਜੀ ਜਿਹੜੀ ਹੈ ਉਹ ਗੋਲੀ ਚੱਲਣ ਦੀ ਘਟਨਾ ਸਰੀ ਦੇ ਵਿੱਚ ਸਾਹਮਣੇ ਆਉਂਦੀ ਹੈ। ਸੋ ਸਰੀ ਦੇ ਬਾਰੇ ਬਾਕੀ ਸ਼ਹਿਰਾਂ ਦਾ ਇਹੀ ਗੱਲ ਕਹਿਣਾ ਕਿ ਜਦੋਂ ਮੈਟਰੋ ਵੈਨਕੂਵਰ ਜਾਂ ਲੋਅਰ ਮੇਨਲੈਂਡ ਦੀ ਗੱਲ ਹੁੰਦੀ ਹੈ ਗੋਲੀ ਚੱਲਣ ਦੀ, ਤਾਂ ਸਾਰੇ ਪਹਿਲਾਂ ਹੀ ਇਹ ਜੱਜਮੈਂਟ ਕਰ ਲੈਂਦੇ ਕਿ ਇਹ ਗੋਲੀ ਸਰੀ ਦੇ ਵਿੱਚ ਚੱਲੀ ਹੋਣੀ ਹੈ। ਸੋ ਸਰੀ ਦੇ ਵਿੱਚ ਗੈਂਗਸ, ਗਨਸ, ਡਰੱਗਸ ਤੇ ਇਸ ਤਰ੍ਹਾਂ ਦੀਆਂ ਸ਼ੂਟਿੰਗ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਹੋਣਾ ਜਿਹੜਾ ਹੈ ਉਹ ਚਿੰਤਾ ਦਾ ਵਿਸ਼ਾ ਹੈ। ਸੋ ਇਸ ਵਿਸ਼ੇ ਦੇ ਉੱਪਰ ਸਿਟੀ ਕਾਉਂਸਲ, ਪੁਲਿਸ ਤੇ ਗਵਰਨਮੈਂਟ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਨੇ। ਕੈਮਰਾਮੈਨ ਅਮਿਤ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ, ਚੈਨਲ ਪੰਜਾਬੀ ਲਈ। ਜਿਹੜੇ ਯਾਤਰੀ ਮੈਟਰੋ ਵੈਨਕੂਵਰ ਟ੍ਰਾਂਜ਼ਿਟ ਸੇਵਾ ਦੇ ਲਈ ਕ੍ਰੈਡਿਟ ਆਪਣੇ ਡਿਜੀਟਲ ਵਾਲਟ ਜਾਂ ਫਿਰ ਕੰਪਸ ਕਾਰਡ ਦੀ ਵਰਤੋਂ ਕਰ ਸਕਦੇ ਸੀ, ਉਹਨਾਂ ਲਈ ਖੁਸ਼ਖਬਰੀ ਇਹ ਹੈ ਕਿ ਉਹ ਹੁਣ ਡੈਬਿਟ ਕਾਰਡ ਦਾ ਵੀ ਇਸਤੇਮਾਲ ਕਰ ਸਕਦੇ ਨੇ। ਹਰ ਬੱਸ ਦੇ ਵਿੱਚ ਹੁਣ ਇਹ ਸਹੂਲਤ ਉਪਲਬਧ ਹੋਵੇਗੀ। ਟਰਾਂਸਪੋਰਟੇਸ਼ਨ ਅਥਾਰਟੀ ਨੇ ਕਿਹਾ ਹੈ ਕਿ ਇਹ ਪਹਿਲੀ ਕੈਨੇਡੀਅਨ ਏਜੰਸੀ ਹੈ ਜੋ ਆਪਣੇ ਪੂਰੇ ਸਿਸਟਮ ਦੇ ਵਿੱਚ ਸੰਪਰਕ ਰਹਿਤ ਡੈਬਿਟ ਭੁਗਤਾਨਾਂ ਨੂੰ ਨਾਲ ਜੋੜ ਰਹੀ ਹੈ। ਮੈਟਰੋ ਵੈਨਕੂਵਰ ਟ੍ਰਾਂਜ਼ਿਟ ਰਾਈਡਰ ਹੁਣ ਸਵਾਰੀਆਂ ਜਾਂ ਭੁਗਤਾਨ ਕਰਨ ਲਈ ਆਪਣੇ ਡੈਬਿਟ ਕਾਰਡਾਂ ਦੀ ਵਰਤੋਂ ਕਰ ਸਕਦੇ ਨੇ, ਕਿਉਂਕਿ ਟਰਾਂਸਲਿੰਕ ਦਾ ਕਹਿਣਾ ਹੈ ਕਿ ਇਸ ਦੇ ਭੁਗਤਾਨ ਪ੍ਰਣਾਲੀਆਂ ਨੂੰ ਅਪਗ੍ਰੇਡ ਕੀਤਾ ਗਿਆ ਹੈ। ਤਬਦੀਲੀ ਹੋਣ ਤੱਕ ਸਵਾਰੀਆਂ ਕਿਰਾਏ ਦੇ ਗੇਟਾਂ ਵਿੱਚੋਂ ਲੰਘਣ ਲਈ ਸਿਰਫ ਆਪਣੇ ਕ੍ਰੈਡਿਟ ਡਿਜੀਟਲ ਵਾਲਟ ਜਾਂ ਕੰਪਸ ਕਾਰਡਾਂ ਦੀ ਵਰਤੋਂ ਕਰ ਸਕਦੀਆਂ ਨੇ। ਹੁਣ ਡੈਬਿਟ ਨਾਲ ਭੁਗਤਾਨ ਕਰਨ ਦੀ ਯੋਗਤਾ ਮੈਟਰੋ ਵੈਨਕੂਵਰ ਵਿੱਚ ਹਰ ਬੱਸ ਦੇ ਕਿਰਾਏ ਤੇ ਗੇਟ ਤੇ ਉਪਲਬਧ ਹੋਵੇਗੀ। ਟਰਾਂਸਪੋਰਟੇਸ਼ਨ ਅਥਾਰਟੀ ਦਾ ਕਹਿਣਾ ਹੈ ਕਿ ਇਹ ਪਹਿਲੀ ਕੈਨੇਡੀਅਨ ਏਜੰਸੀ ਹੈ ਜੋ ਆਪਣੇ ਪੂਰੇ ਸਿਸਟਮ ਵਿੱਚ ਸੰਪਰਕ ਰਹਿਤ ਡੈਬਿਟ ਭੁਗਤਾਨਾਂ ਨੂੰ ਪੂਰੀ ਤਰ੍ਹਾਂ ਨਾਲ ਜੋੜਦੀ ਹੈ। ਟਰਾਂਸਲਿੰਕ ਦੇ CEO ਨੇ ਕਿਹਾ ਹੈ ਕਿ ਅਸੀਂ ਗਾਹਕਾਂ ਲਈ ਆਵਾਜਾਈ ਨੂੰ ਵਧੇਰੇ ਸੁਵਿਧਾਜਨਕ ਬਣਾਉਣ ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਤੇ ਇਹ ਅਪਗ੍ਰੇਡ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਲਾਭ ਪਹੁੰਚਾਏਗਾ ਜਿਨ੍ਹਾਂ ਦੇ ਕੋਲ ਕ੍ਰੈਡਿਟ ਕਾਰਡ ਤੱਕ ਆਸਾਨ ਪਹੁੰਚ ਨਹੀਂ ਹੈ। ਉਹਨਾਂ ਕਿਹਾ, ਅਸੀਂ ਦੇਸ਼ 'ਚ ਸੰਪਰਕ ਰਹਿਤ ਕ੍ਰੈਡਿਟ ਕਾਰਡ ਭੁਗਤਾਨਾਂ ਨੂੰ ਲਾਗੂ ਕਰਨ ਵਾਲੀ ਪਹਿਲੀ ਟ੍ਰਾਂਜ਼ਿਟ ਏਜੰਸੀ ਸੀ ਅਤੇ ਸਾਨੂੰ ਕੈਨੇਡਾ ਵਿੱਚ ਸੰਪਰਕ ਰਹਿਤ ਇੰਟਰੈਕਟ ਡੈਬਿਟ ਭੁਗਤਾਨ ਪ੍ਰਣਾਲੀ ਨੂੰ ਲਾਗੂ ਕਰਨ ਵਾਲੀ ਪਹਿਲੀ ਆਵਾਜਾਈ ਪ੍ਰਣਾਲੀ ਹੋਣ ਤੇ ਮਾਣ ਹੈ। ਟਰਾਂਸਲਿੰਕ ਦਾ ਕਹਿਣਾ ਹੈ ਕਿ ਇਹ ਬਦਲਾਅ ਇੰਟਰੈਕਟ ਦੇ ਇੱਕ ਤਾਜ਼ਾ ਸਰਵੇਖਣ ਤੋਂ ਬਾਅਦ ਆਇਆ ਹੈ, ਜਦੋਂ ਸਰਵੇਖਣ ਦੇ 67% ਦੀ ਉੱਤਰਦਾਤਾਵਾਂ ਨੇ ਕਿਹਾ ਕਿ ਟੈਬ ਭੁਗਤਾਨ ਟ੍ਰਾਂਜ਼ਿਟ ਨੂੰ ਵਧੇਰੇ ਸੁਵਿਧਾਜਨਕ ਬਣਾਉਣ ਵਿੱਚ ਮਦਦ ਕਰਨਗੇ। BC ਵਿੱਚ 64% ਦੀ ਉੱਤਰਦਾਤਾਵਾਂ ਨੇ ਕਿਹਾ ਹੈ ਕਿ ਟ੍ਰਾਂਜ਼ਿਟ ਦੀ ਵਰਤੋਂ ਕਰਦੇ ਸਮੇਂ ਟੈਬ ਭੁਗਤਾਨ ਸਮਾਂ ਬਚਾਉਣ ਵਿੱਚ ਮਦਦ ਕਰ ਸਕਦੇ ਨੇ। 5000 ਤੋਂ ਵੱਧ ਕੰਪਸ ਰੀਡਰਾਂ ਨੂੰ ਅਪਡੇਟ ਕੀਤਾ ਗਿਆ ਹੈ ਤੇ ਫੋਨਾਂ ਤੇ ਡਿਜੀਟਲ ਵਾਲਟ ਰਾਹੀਂ ਡੈਬਿਟ ਭੁਗਤਾਨਾਂ ਦੀ ਵੀ ਇਜਾਜ਼ਤ ਦੇਵੇਗੀ। ਟਰਾਂਸਲਿੰਕ ਨੇ ਕਿਹਾ ਹੈ ਕਿ ਇਹ ਗਾਹਕਾਂ ਨੂੰ ਇਨ ਸਟੇਸ਼ਨ ਕੰਪਸ ਵੈਂਡਿੰਗ ਮਸ਼ੀਨ ਦੀ ਵਰਤੋਂ ਕੀਤੇ ਬਿਨਾਂ ਜਾਂ ਫਿਰ ਸਟੋਰ ਕੀਤੇ ਮੂਲ ਦੇ ਨਾਲ ਕੰਪਾਸ ਉਤਪਾਦ ਨੂੰ ਪ੍ਰੀ ਲੋਡ ਕੀਤੇ ਬਿਨਾਂ ਟ੍ਰਾਂਜ਼ਿਟ ਲਈ ਵਧੇਰੇ ਆਸਾਨੀ ਨਾਲ ਭੁਗਤਾਨ ਕਰਨ ਦੀ ਇਜਾਜ਼ਤ ਦਿੰਦਾ ਹੈ। ਸਵੀਕਾਰ ਭੁਗਤਾਨ ਵਿਧੀਆਂ ਦੀ ਸੂਚੀ ਵਿੱਚ ਇੰਟਰੈਕਟ ਡੈਬਿਟ ਜੋੜਨਾ ਸੰਪਰਕ ਰਹਿਤ ਨਵੀਨਤਾ ਵਿੱਚ ਇੱਕ ਵੱਡਾ ਕਦਮ ਹੈ। ਭੁਗਤਾਨ ਵਿਕਲਪਾਂ ਦਾ ਇੱਕ ਵੱਖਰਾ ਸਮੂਹ ਮੈਟਰੋ ਵੈਨਕੂਵਰ ਟ੍ਰਾਂਜ਼ਿਟ ਰਾਈਡਰਾਂ ਨੂੰ ਉਹਨਾਂ ਦੀਆਂ ਲੋੜਾਂ ਦੇ ਮੁਤਾਬਕ ਹੋਣ ਵਾਲੇ ਕ੍ਰੈਡੈਂਸ਼ੀਅਲ ਦੇ ਨਾਲ ਲਿਆਉਣ ਤੇ ਭੁਗਤਾਨ ਕਰਨ ਦੇ ਯੋਗ ਬਣਾਉਂਦਾ ਹੈ ਤੇ ਯਾਤਰਾ ਨੂੰ ਸੁਖਾਲਾ ਬਣਾਉਂਦਾ ਹੈ।
ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਨ੍ਹਾਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਚਰਚਾ ਕੀਤੀ, ਜਿਨ੍ਹਾਂ ਹੈਲਥ ਕੇਅਰ ਅਤੇ ਜੌਬਸ ਪੈਦਾ ਕਰਨ ਦੇ ਲਈ ਚੁੱਕੇ ਕਦਮਾਂ ਦਾ ਵੀ ਜ਼ਿਕਰ ਕੀਤਾ। ਪ੍ਰੀਮੀਅਰ ਸਮਿਥ ਦੇ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਐਨਰਜੀ ਇੰਡਸਟਰੀ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਸਖਤ ਟਿੱਪਣੀਆਂ ਵੀ ਕੀਤੀਆਂ ਗਈਆਂ। And as Minister Jones and Minister Glubish and Minister Amory said just yesterday morning, the portal for applications for Alberta families and seniors will open next week, and then we'll be doing a deposit at the end of each month, with the first month being January 31st. But equally important to note is that many Albertans will receive those supports automatically without needing to apply, and that includes Albertans who are receiving AISH and income supports and the Alberta Seniors Benefit, as well as those receiving services through PDD and both foster and kinship care programs. We are also supporting the work of Alberta's food banks, who have been called upon even more lately as inflation has been making it more difficult for Albertans to buy the food that they need to feed their families. Last month, for instance, Minister Nixon announced $5 million in grants to help organizations helping to provide food security across the province. And in addition, we will have matching donations that they received in December up to about another $5 million. The grant guidelines and applications are now open, and so I'm pleased that he has brought this initiative forward, and it will continue next year as well. While inflation remains high, though, I need to highlight that our economy is doing incredibly well. It's growing. In December, over 41,000 new full-time jobs were created in our province, and that really is something to celebrate. There are still 100,000 job openings in our province, so Alberta is still calling, which means that there is work for those who are looking. And that work is an ever-increasing number of industries and sectors as our province continues to diversify its economy. This is why I'm also concerned about Justin Trudeau's just transition, as he calls it, because when I hear the words just transition, it signals eliminating jobs. And for Alberta, that is a non-starter. I think we all share the same goals when it comes to reducing emissions, and that's across all industries, including oil and natural gas. We are working with the federal government closely on technologies like carbon capture, utilization and storage, hydrogen, critical minerals, but the good work gets lost when they use this kind of divisive, polarizing language. Because the world is looking for energy, for more petrochemicals, for more LNG. This is not an industry in decline. BC ਦੇ ਵਿੱਚ अर्ਲੀ ਚਾਈਲਡਹੁੱਡ ਐਜੂਕੇਟਰ ਰਿਪੋਰਟ ਮੁਤਾਬਕ 54% ਦੇ ਇੰਪਲੋਇਰ ਨੇ ਆਪਣੇ ਸਟਾਫ ਗਵਾ ਲਏ ਨੇ। ਇੱਕ ਰਿਪੋਰਟ ਦੇ ਮੁਤਾਬਕ ਮੁੱਢਲੇ ਨਤੀਜੇ ਦੱਸਦੇ ਨੇ ਕਿ ਉਹਨਾਂ ਸਟਾਫ ਹਾਇਰ ਨਹੀਂ ਕੀਤਾ ਗਿਆ ਜਿੰਨਾ ਗਵਾਉਣਾ ਪਿਆ। ਸਟਾਫ ਦੀ ਗੰਭੀਰ ਕਮੀ ਦੇ ਨਤੀਜਿਆਂ ਦਾ ਮਤਲਬ ਹੈ ਕਿ ਲਗਭਗ 27% ਦੀ ਸ਼ੁਰੂਆਤੀ ਬਚਪਨ ਦੀਆਂ ਸਿੱਖਿਅਕ ਕੰਪਨੀਆਂ ਨੇ ਦੱਸਿਆ ਕਿ ਉਹਨਾਂ ਨੂੰ ਬੱਚਿਆਂ ਨੂੰ ਰਜਿਸਟਰ ਕਰਨ ਤੋਂ ਇਨਕਾਰ ਕਰਨਾ ਪਿਆ। BC ਦੀ अर्ਲੀ ਚਾਈਲਡਹੁੱਡ ਐਜੂਕੇਟਰ ਰਿਪੋਰਟ ਦੇ ਵਿੱਚ ਪਾਇਆ ਗਿਆ ਹੈ ਕਿ 45% ਦੀ ਰੋਜ਼ਗਾਰਦਾਤਾ ਸਟਾਫ ਗਵਾ ਰਹੇ ਨੇ। ਇੱਕ ਰਿਪੋਰਟ ਮੁਤਾਬਕ ਮੁੱਢਲੇ ਨਤੀਜੇ ਦੱਸਦੇ ਨੇ ਕਿ 45% ਦੀ BC अर्ਲੀ ਚਾਈਲਡਹੁੱਡ ਐਜੂਕੇਟਰ ਕੰਪਨੀਆਂ ਉਹਨੇ ਬੰਦੇ ਭਰਤੀ ਨਹੀਂ ਕਰ ਰਹੀਆਂ ਜਿੰਨੇ ਸਟਾਫ ਗਵਾ ਰਹੀਆਂ ਨੇ। ਇਹ ਨਤੀਜੇ BC ਵਿੱਚ अर्ਲੀ ਚਾਈਲਡਹੁੱਡ ਐਜੂਕੇਟਰ ਰਿਪੋਰਟ ਸਿਰਲੇਖ ਅਧੀਨ अर्ਲੀ ਕੇਅਰ ਐਂਡ ਲਰਨਿੰਗ ਰਿਕਰੂਟਮੈਂਟ ਰਿਟੈਂਸ਼ਨ ਰਣਨੀਤੀ ਨੂੰ ਇਵੈਲੂਏਟ ਕਰਦੀਆਂ ਨੇ, ਜੋ ਕਿ ਉਦਯੋਗ ਦੇ ਵਿੱਚ ਸਟਾਫ ਦੀ ਭਰਤੀ ਤੇ ਬਰਕਰਾਰ ਰੱਖਣ ਦੇ ਵਿੱਚ ਇੱਕ ਮਹੱਤਵਪੂਰਨ ਮੁੱਦੇ ਦਰਸਾਉਂਦੀ ਹੈ। ਰਿਪੋਰਟ ਮੁਤਾਬਕ ਘੱਟ ਤਨਖਾਹ, ਲਾਭਾਂ ਦੀ ਘਾਟ ਤੇ ਕੰਮ ਦੀਆਂ ਮਾੜੀਆਂ ਹਾਲਤਾਂ ਕਾਰਨ ਕਾਮੇ ਉਦਯੋਗ ਛੱਡ ਰਹੇ ਨੇ। ਸਟਾਫ ਦੀ ਗੰਭੀਰ ਕਮੀ ਦੇ ਨਤੀਜਿਆਂ ਦਾ ਮਤਲਬ ਹੈ ਕਿ ਲਗਭਗ 27% ਦੀ ਸ਼ੁਰੂਆਤੀ ਬਚਪਨ ਦੀਆਂ ਸਿੱਖਿਅਕ ਕੰਪਨੀਆਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਬੱਚਿਆਂ ਨੂੰ ਰਜਿਸਟਰ ਕਰਨ ਤੋਂ ਇਨਕਾਰ ਕਰਨਾ ਪਿਆ। BC ਦੇ अर्ਲੀ ਚਾਈਲਡਹੁੱਡ ਐਜੂਕੇਟਰਸ ਨੇ ਕਿਹਾ ਹੈ ਕਿ ਇਸ ਰਿਪੋਰਟ ਦੀਆਂ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਯੋਗਤਾ ਪ੍ਰਾਪਤ ਪੇਸ਼ੇਵਰਾਂ ਦੇ ਇਸ ਕੈਰੀਅਰ ਨੂੰ ਛੱਡਣ ਦਾ ਮੁੱਖ ਕਾਰਨ ਘੱਟ ਤਨਖਾਹ ਤੇ ਲਾਭਾਂ ਦੀ ਘਾਟ ਹੈ। BC ਸਟਾਫ ਦੇ अर्ਲੀ ਚਾਈਲਡਹੁੱਡ ਐਜੂਕੇਟਰਸ ਨੇ ਕਿਹਾ ਹੈ ਕਿ ਐਵਰੇਜ अर्ਲੀ ਕੇਅਰ ਐਂਡ ਲਰਨਿੰਗ ਪੇਸ਼ੇਵਰ ਨੂੰ ਅਜੇ ਵੀ BC ਵਿੱਚ ਇਸੇ ਤਰ੍ਹਾਂ ਪੜ੍ਹੇ ਲਿਖੇ ਬਾਲਗਾਂ ਨਾਲੋਂ $7 ਪ੍ਰਤੀ ਘੰਟਾ ਭੁਗਤਾਨ ਕੀਤਾ ਜਾਂਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2021 ਵਿੱਚ 90% ਦੀ ਸ਼ੁਰੂਆਤੀ अर्ਲੀ ਚਾਈਲਡਹੁੱਡ ਐਜੂਕੇਟਰਸ ਦੀ ਤਨਖਾਹ ਦੇ ਵਿੱਚ ਵਾਧਾ ਹੋਇਆ ਸੀ। 2018 ਦੇ ਵਿੱਚ BC ਨੇ अर्ਲੀ ਕੇਅਰ ਐਂਡ ਲਰਨਿੰਗ ਰਿਕਰੂਟਮੈਂਟ ਤੇ ਰਿਟੈਂਸ਼ਨ ਰਣਨੀਤੀ ਤਹਿਤ ਸਰਕਾਰ ਤੇ ਰੋਜ਼ਗਾਰਦਾਤਾਵਾਂ ਨੂੰ ਫੀਡਬੈਕ ਤੇ ਜਾਣਕਾਰੀ ਪ੍ਰਦਾਨ ਕਰਨ ਲਈ ਸੈਕਟਰ ਦੇ ਲਈ ਇੱਕ ਨਿਰੰਤਰ ਪ੍ਰਣਾਲੀ ਵਿਕਸਿਤ ਕਰਨਾ ਹੈ। ਇਸ ਦੇ ਵਿੱਚ 2021 ਦੀ ਫਾਲ ਵਿੱਚ ਕੀਤੇ ਗਏ ਰੋਜ਼ਗਾਰਦਾਤਾ ਤੇ ਕਰਮਚਾਰੀਆਂ ਦੇ ਸਰਵੇਖਣਾਂ ਸਮੇਤ ਮੁਲਾਂਕਣ ਗਤੀਵਿਧੀ ਦੇ ਪਿਛਲੇ 3 ਸਾਲਾਂ ਵਿੱਚ ਸਿੱਖੇ ਗਏ ਨਤੀਜੇ ਤੇ ਸਬਕ ਸ਼ਾਮਿਲ ਹਨ।
ਰਿਪੋਰਟ ਵਿੱਚ 2022 ਤੇ 2023 ਨੂੰ ਕਵਰ ਕਰਨ ਲਈ ਮੁਲਾਂਕਣ ਦੇ ਵਿਸਤਾਰ ਦੀਆਂ ਯੋਜਨਾਵਾਂ ਵੀ ਸ਼ਾਮਿਲ ਕੀਤੀਆਂ ਜਾਣਗੀਆਂ। ਰਿਪੋਰਟ ਦੇ ਅਨੁਸਾਰ BC ਦੇ 75% ਤੋਂ ਵੱਧ ਲੋਕ ਬੱਚਿਆਂ ਦੀ ਦੇਖਭਾਲ ਨੂੰ ਇੱਕ ਜ਼ਰੂਰੀ ਸੇਵਾ ਮੰਨਦੇ ਨੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਵਿਸ਼ਵ ਬੈਂਕ ਨੇ ਇਸ ਸਾਲ ਵਿਕਸਿਤ ਦੇਸ਼ਾਂ ਯਾਨੀ ਡਿਵੈਲਪ ਦੇਸ਼ਾਂ ਦੇ ਵਿੱਚ ਹੋਰ ਮੰਦੀ ਤੇ ਦੁਨੀਆ ਦੇ ਵਿੱਚ ਆਰਥਿਕ ਵਿਕਾਸ ਦਰ ਸਿਰਫ 1.7% ਦੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਇਹ ਰਿਪੋਰਟ ਬਹੁਤ ਥਾਵਾਂ ਤੇ ਆਈ ਹੈ। ਵਿਸ਼ਵ ਬੈਂਕ ਦੀ ਰਿਪੋਰਟ ਗਲੋਬਲ ਇਕਨੋਮਿਕ ਪ੍ਰੋਸਪੈਕਟਸ ਦੇ ਵਿੱਚ ਇਹ 6 ਮਹੀਨੇ ਪਹਿਲਾਂ ਦੇ ਅੰਦਾਜ਼ੇ ਦਾ ਅੱਧਾ ਹਿੱਸਾ ਦਿਖਾ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਪਿਛਲੇ 30 ਸਾਲਾਂ ਦੇ ਵਿੱਚ 2019 ਤੇ 2020 ਨੂੰ ਛੱਡ ਕੇ ਵਿਸ਼ਵ ਅਰਥ ਵਿਵਸਥਾ ਦੇ ਵਿੱਚ ਸਭ ਤੋਂ ਘੱਟ GDP ਵਿਕਾਸ ਦਰ ਦਾ ਸਾਲ ਹੋਏਗਾ। ਰਿਪੋਰਟ ਦੇ ਵਿੱਚ ਵਿਸ਼ਵ ਬੈਂਕ ਸਮੂਹ ਦੇ ਪ੍ਰਧਾਨ ਡੇਵਿਡ ਮਾਲਪਸ ਨੇ ਕਿਹਾ ਕਿ ਵਿਕਸਿਤ ਦੇਸ਼ਾਂ ਦੇ ਵਿੱਚ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਉਸ ਤੋਂ ਉਹਨਾਂ ਇਹ ਵੀ ਕਿਹਾ ਕਿ ਤਾਜ਼ਾ ਅਨੁਮਾਨ ਦਰਸਾ ਰਹੇ ਨੇ ਕਿ ਸਥਿਤੀ ਤੇਜ਼ੀ ਨਾਲ ਤੇ ਵਿਆਪਕ ਤੌਰ ਦੇ ਉੱਤੇ ਵਿਗੜ ਰਹੀ ਹੈ। ਦੁਨੀਆ ਦੇ ਲਗਭਗ ਸਾਰੇ ਖੇਤਰਾਂ ਵਿੱਚ ਪ੍ਰਤੀ ਵਿਅਕਤੀ ਆਮਦਨ ਕੋਵਿਡ ਮਹਾਮਾਰੀ ਤੋਂ ਪਹਿਲਾਂ ਦੇ ਦਹਾਕੇ ਦੇ ਮੁਕਾਬਲੇ ਹੌਲੀ ਦਰ ਦੇ ਨਾਲ ਵਧੇਗੀ, ਕਿਉਂਕਿ ਵਿਸ਼ਵ ਆਰਥਿਕਤਾ ਦੀਆਂ ਸੰਭਾਵਨਾਵਾਂ ਲਈ ਚੁਣੌਤੀਆਂ ਬਣੇ ਰਹਿਣ ਦੀ ਸੰਭਾਵਨਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2024 ਦੇ ਅੰਤ ਵਿੱਚ ਉੱਭਰ ਰਹੇ ਬਾਜ਼ਾਰਾਂ ਅਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਅਰਥ ਵਿਵਸਥਾਵਾਂ ਦਾ ਕੁੱਲ ਘਰੇਲੂ ਉਤਪਾਦ GDP ਕੋਵਿਡ-19 ਮਹਾਮਾਰੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੇ ਮੁਕਾਬਲੇ 6% ਘੱਟ ਹੋਏਗਾ। ਰਿਪੋਰਟ ਵਿੱਚ ਕਿਹਾ ਗਿਆ ਕਿ ਵਿਕਾਸਸ਼ੀਲ ਦੇਸ਼ਾਂ ਦੇ ਸਾਹਮਣੇ ਕਰਜ਼ੇ ਦੇ ਬੋਝ ਅਤੇ ਕਮਜ਼ੋਰ ਨਿਵੇਸ਼ ਕਾਰਨ ਆਰਥਿਕ ਵਿਕਾਸ ਦੇ ਕਈ ਸਾਲਾਂ ਤੱਕ ਨਰਮ ਰਹਿਣ ਦਾ ਖਤਰਾ ਹੈ। ਅੱਗੇ ਦੱਸਦੇ ਹਾਂ, ontario ਦੇ ਪ੍ਰੀਮੀਅਰ ਡਗ ਫੋਰਡ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਹੈਲਥ ਕੇਅਰ ਸੁਧਾਰਾਂ ਦੇ ਲਈ ਰਿਕਾਰਡ ਇਨਵੈਸਟਮੈਂਟ ਕੀਤੀ ਗਈ ਹੈ ਅਤੇ ਹੋਰ ਸੁਧਾਰਾਂ ਲਈ ਫੈਡਰਲ ਸਰਕਾਰ ਦੇ ਸਹਿਯੋਗ ਦੀ ਉਹ ਆਸ ਕਰਦੇ ਨੇ। ਮੁਲਾਜ਼ਮਾਂ ਦੀਆਂ ਤਨਖਾਹ ਵਾਧੇ ਦੇ ਮੁੱਦੇ ਦੇ ਉੱਤੇ ਵੀ ਪ੍ਰੀਮੀਅਰ ਦੇ ਵੱਲੋਂ ਆਪਣੀ ਸਰਕਾਰ ਦੇ ਬਿੱਲ 124 ਬਾਰੇ ਸਪਸ਼ਟੀਕਰਨ ਦਿੱਤਾ ਗਿਆ। Well, first of all, no one has the exact number, but what I will tell you, we've seen a record amount of healthcare workers hired in the province or going through. We had 12,000, the College of Nurses were saying, but I want to do better than 12,000. We've hired, 60,000 new nurses. So we're going to continue making sure that we hire more people. As for Bill 124, as you know, the hospitals negotiate with the nurses. Bill 124 is gone. It's not going to be part of the negotiations. So we're going to continue hiring thousands and thousands of new healthcare workers, nurses. We're building medical universities to hire more docs. And as the baby boomers start getting older and need more healthcare, we have to meet their demands, and that's the reason we're pouring unprecedented amount of money into healthcare. But it's not about the money, and I hear that from the CEOs and docs. It's about changing the system and delivering better healthcare. And this is one small part of making sure it's more convenient for people to pick up prescriptions in other areas. Yeah, well, something, what we look at moving forward, it has lapsed, so Bill 124. Let me be very clear to the folks out there. You can hear whatever it is. Bill 124 is lapsed. You saw it with the negotiations with CUPE. There's one example. You're going to see the negotiations when hospitals, hire new nurses. That is lapsed. So Bill 124 is lapsed. But I always have to be a prudent fiscal manager with the taxpayers' money. We just can't be out there spending willy-nilly, and as people are working their backs off, they're taxed to the brink right now. They can't just keep dishing it out. So we have to take everything into consideration. But it is lapsed, and the nurses, I want to thank them. They deserve every penny they get. ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇਹ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਐਡਮਿੰਟਨ ਸ਼ਹਿਰ ਤੋਂ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ। ਪਿਛਲੇ ਕੁਝ ਦਿਨਾਂ ਤੋਂ ਐਡਮਿੰਟਨ ਦੇ ਵਿੱਚ ਬੜਾ ਸਟੈਗਨੈਂਟ ਵੈਦਰ ਪੈਟਰਨ ਹੈ ਜਿਹੜਾ ਉਹ ਰੁਕਿਆ ਹੋਇਆ ਆ, ਔਰ ਇਹ ਕਿਹਾ ਜਾ ਰਿਹਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹਜੇ ਜਿਹੜੀ ਏਅਰ ਕੁਆਲਿਟੀ ਆ ਉਹ ਬਹੁਤ ਮਾੜੀ ਹੋਵੇਗੀ। ਔਰ ਇਹ ਜਿਹੜਾ ਸਭ ਤੋਂ ਵਰਸਟ ਪੀਰੀਅਡ ਹੈਗਾ ਸਵੇਰ ਨੂੰ ਆ ਜਾਂ ਰਸ਼ ਆਵਰ ਆ। ਜਦ ਦਿਨ ਦਾ ਵੇਲਾ ਹੁੰਦਾ ਜੀ, ਉਦੋਂ ਥੋੜ੍ਹੀ ਜਿਹੀ ਕੁਆਲਿਟੀ ਵਧੀਆ ਹੋ ਜਾਂਦੀ ਆ। ਹੋਇਆ ਕੀ ਆ ਕਿ ਇੱਥੇ ਬਹੁਤ ਸਾਰੀ ਸੰਘਣੀ ਜਿਹੜੀ ਧੁੰਦ ਆ ਨਾ, ਉਹ ਅਲਬਰਟਾ ਵਿੱਚ ਆਈ ਆ, ਜਿਹਨੇ ਜਿਹੜੀ ਵਿਜ਼ਿਬਿਲਿਟੀ ਆ ਉਹ ਕਈ ਵਾਰੀ ਤਾਂ ਜੀ 0 ਤੱਕ ਹੀ ਕਰ ਦਿੱਤੀ,
ਯਾਨੀ ਕਿ ਤੁਸੀਂ ਦੂਰ ਤੱਕ ਦੇਖ ਹੀ ਨਹੀਂ ਸਕਦੇ ਇੱਥੇ ਬਹੁਤ ਜ਼ਿਆਦਾ ਸੰਘਣੀ ਜਿਹੜੀ ਧੁੰਦ ਐਡਮਿੰਟਨ ਔਰ ਜਿਹੜੇ ਨਾਲ ਦਾ ਏਰੀਆ ਹੈਗਾ ਸ਼ੇਰਵੁੱਡ ਪਾਰਕ ਉਹਨਾਂ ਏਰੀਆ ਦੇ ਵਿੱਚ ਇਹ ਚੀਜ਼ਾਂ ਹੋਈਆਂ ਨੇ। ਔਰ ਇਹਦਾ ਕਾਰਨ ਦੱਸਿਆ ਜਾ ਰਿਹਾ ਹੈ ਵੀ ਇਹ ਕਿਉਂ ਹੋ ਰਿਹਾ। ਉਹ ਕਹਿੰਦੇ ਜੀ ਵੀ ਕਿਉਂਕਿ ਹਵਾ ਜਿਹੜੀ ਆ ਉਹ ਇੱਕ ਕਿਸਮ ਦੀ ਥੰਮੀ ਹੋਈ ਆ ਬਿਲਕੁਲ ਹੀ, ਅਤੇ ਸਾਰਾ ਕੁਛ ਸਟੈਗਨੈਂਟ ਆ, ਖੜਾ ਆ, ਨਥਿੰਗ ਇਜ਼ ਮੂਵਿੰਗ, ਕੁਛ ਕਿਸੇ ਪਾਸੇ ਨੂੰ ਆ ਜਾ ਨਹੀਂ ਰਿਹਾ। ਔਰ ਸਿਆਲ ਹੋਣ ਕਰਕੇ ਲੋਕ ਘਰ ਵੀ ਆਪਣੇ ਗਰਮ ਰੱਖਦੇ ਨੇ ਔਰ ਕਾਰਾਂ ਵੀ ਫਰੀਕੁਐਂਟਲੀ ਵਰਤੀਆਂ ਜਾਂਦੀਆਂ ਆ, ਉਹਨਾਂ ਨੂੰ ਵੀ ਸਟਾਰਟ ਕੀਤਾ ਜਾਂਦਾ। ਉਹਦੇ ਨਾਲ ਕੀ ਹੁੰਦਾ ਵੀ ਜਿਹੜਾ ਕਾਰਬਨ ਆ ਉਹ ਐਟਮੋਸਫੀਅਰ ਦੇ ਵਿੱਚ ਜਾਂਦੀ ਆ, ਪਰ ਜਿਹੜਾ ਇਸ ਵੇਲੇ ਪੈਟਰਨ ਇੱਥੇ ਅਲਬਰਟਾ ਦੇ ਵਿੱਚ ਉਹ ਕਹਿੰਦੇ ਵੀ ਇਨਵਰਸ ਪੈਟਰਨ ਦੇ ਵਿੱਚ ਸੂਬਾ ਫਸਿਆ ਹੋਇਆ ਜਾਂ ਇਹ ਰੀਜਨ ਫਸਿਆ ਹੋਇਆ, ਕਿਉਂਕਿ ਜਿਹੜੀ ਠੰਡੀ ਹਵਾ ਉਹ ਥੱਲੇ ਆ ਅਤੇ ਗਰਮ ਹਵਾ ਉੱਪਰ ਆ। ਉਹਨੇ ਉਹ ਜਦੋਂ ਵੀ ਉਹ ਜਿਹੜੇ ਕਾਰਬਨ ਪਾਰਟੀਕਲ ਆ ਉਹ ਕਿਸੇ ਪਾਸੇ ਜਾ ਨਹੀਂ ਰਹੇ ਅਤੇ ਸਰਫਸ ਦੇ ਨੇੜੇ ਨੇੜੇ ਹੀ ਰਹਿੰਦੇ ਨੇ, ਜਿਹਦਾ ਕਰਕੇ ਜਿਹੜੇ ਲੋਕਾਂ ਨੂੰ ਕੋਈ ਕਾਰਡੀਓਵਾਸਕੂਲਰ ਯਾਨੀ ਹਾਰਟ ਦੀ ਕਿਸੇ ਨੂੰ ਕੋਈ ਬਿਮਾਰੀ ਹੋਵੇ ਜਾਂ ਦਮੇ ਦੀ ਕੋਈ ਪ੍ਰੋਬਲਮ ਹੋਵੇ, ਉਹਨਾਂ ਲੋਕਾਂ ਲਈ ਬੜੀ ਮੁਸ਼ਕਿਲ ਆ ਔਰ ਖ਼ਾਸ ਕਰਕੇ ਬੱਚਿਆਂ ਲਈ ਵੀ। ਉਹ ਕਹਿੰਦੇ ਵੀ ਉਹਨਾਂ ਨੂੰ ਧਿਆਨ ਰੱਖਣ ਦੀ ਲੋੜ ਹੈਗੀ ਆ। ਔਰ ਇਹ ਹਜੇ ਜਿਹੜਾ ਕਿੰਨੇ ਦਿਨ ਲਿੰਗਰ ਔਨ ਕਰੇਗਾ ਇਹ ਜਿਹੜਾ ਸਿਸਟਮ ਹੈਗਾ ਇਹ ਕਿਹਾ ਨਹੀਂ ਜੀ ਜਾ ਸਕਦਾ। ਉਹ ਕਹਿੰਦੇ ਵੀ ਜਿੰਨੇ ਦਿਨ ਇਹ ਪੂਰੇ ਦਾ ਪੂਰਾ ਸਿਸਟਮ ਜਿਹੜਾ ਮੂਵ ਆਊਟ ਨਹੀਂ ਹੁੰਦਾ ਔਰ ਮੂਵ ਆਊਟ ਹਵਾ ਦੇ ਨਾਲ ਹੀ ਹੋਣਾ ਆ, ਜਿਹੜਾ ਹਜੇ ਤਾਈਂ ਉਹ ਕਹਿੰਦੇ ਵੀ ਸਾਹਮਣੇ ਨਹੀਂ ਆ ਰਹੀ ਗੱਲ। ਬਹੁਤ ਸਾਰੀਆਂ ਜਿਹੜੀਆਂ ਇੱਥੇ ਐਡਮਿੰਟਨ ਦੇ ਵਿੱਚ ਫਲਾਈਟਸ ਆ ਰਹੀਆਂ ਸੀਗੀਆਂ ਉਹ ਸਾਰੀਆਂ ਕੈਂਸਲ ਕੀਤੀਆਂ ਗਈਆਂ। ਦੂਰ ਦਰੇਡਿਓਂ ਜਿਹੜੇ ਲੋਕਾਂ ਨੇ ਆਉਣਾ ਸੀ ਉਹਨਾਂ ਨੂੰ ਤੰਗੀਆਂ ਆ ਰਹੀਆਂ, ਕਿਉਂਕਿ 2-3 ਦਿਨ ਹੋ ਗਏ ਨੇ ਫਲਾਈਟਾਂ ਕੈਂਸਲ ਹੋਈਆਂ ਨੂੰ। ਔਰ ਆਸ ਇਹ ਕੀਤੀ ਜਾਂਦੀ ਹੈ ਵੀ ਜਿਉਂ-ਜਿਉਂ ਇਹ ਸਮਾਂ ਪਏਗਾ, ਹਵਾ ਵਗੇਗੀ ਅਤੇ ਇਹ ਸਿਸਟਮ ਜਿਹੜਾ ਉਹ ਮੂਵ ਕਰੇਗਾ ਅਤੇ ਫਿਰ ਨੋਰਮਲ ਗੱਲਬਾਤ ਹੋਵੇਗੀ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।